ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਲੋਕਲ ਸਟਰੀਟ ਅਤੇ ਉਮੀਦ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਿਹੜੀ ਅਜ਼ੀਮ ਹਸਤੀ ਦੇ ਬਾਰੇ ਦੱਸਣ ਲੱਗੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਬਾਬਾ ਗੁਰੂ ਨਾਨਕ ਦੇਵ ਜੀ ਨੇ। ਮਜ਼ੀਦ ਅੱਗੇ ਵਧਣ ਤੋਂ ਪਹਿਲੇ ਮੇਰੀ ਸਾਰੇ ਭਰਾਵਾਂ ਤੋਂ ਗੁਜ਼ਾਰਿਸ਼ ਹੈ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਾਨ 'ਤੇ ਕਲਿੱਕ ਕਰੋ ਤਾਂ ਕਿ ਤੁਸੀਂ ਸਾਡੀ ਆਉਣ ਵਾਲੀ ਸਾਰੀ ਵੀਡੀਓਜ਼ ਦੇਖ ਸਕੋ ਅਤੇ ਸਾਨੂੰ ਸਪੋਰਟ ਕਰ ਸਕੋ। ਤੋ ਦੋਸਤੋ, ਅਧਿਆਨ ਅਤੇ ਮਜ਼ਹਬ ਦਾ ਮਤਾਲਿਆ ਬਹੁਤ ਹੀ ਦਿਲਚਸਪ ਹੁੰਦਾ ਹੈ। ਇਹਦੇ ਨਾਲ ਸਾਨੂੰ ਬੜੀਆਂ ਇਬਰਤਾਂ ਮਿਲਦੀਆਂ ਨੇ। ਇਹਦੇ ਤੋਂ ਇਲਾਵਾ ਇਨਸਾਨ ਦੀ ਫਿਤਰਤ ਅਤੇ ਨਫਸੀਆਤ ਦੇ ਭੇਦ ਖੁੱਲ੍ਹਦੇ ਨੇ। ਨਾਲੇ ਦੁਨੀਆ ਦੇ ਅਜ਼ੀਮ ਇਨਸਾਨਾਂ ਨਾਲ ਇੱਕ ਲਫ਼ਜ਼ਾਂ ਦੀ ਮੁਲਾਕਾਤ ਹੋ ਜਾਂਦੀ ਹੈ। ਦੋਸਤੋ, ਸਾਡਾ ਮਕਸਦ ਇਸਲਾਮ ਤੋਂ ਇਲਾਵਾ ਕਿਸੇ ਵੀ ਮਜ਼ਹਬ ਦੀ ਇਸ਼ਾਅਤ ਕਰਨਾ ਨਹੀਂ ਹੈਗਾ, ਬਲਕਿ ਅਸੀਂ ਤੇ ਬਸ ਨੌਲੇਜ ਦੇ ਤੌਰ 'ਤੇ ਤੁਹਾਡੇ ਨਾਲ ਕੁਝ ਮਜ਼ਾਹਬ ਜਿਹੜੇ ਦੁਨੀਆ 'ਚ ਮਸ਼ਹੂਰ ਨੇ, ਖ਼ਾਸ ਤੌਰ 'ਤੇ ਜਿਹੜੇ ਆਪਣੇ ਏਸ਼ੀਆ ਵਿੱਚ ਪਾਏ ਜਾਂਦੇ ਨੇ, ਉਹਨਾਂ ਸਭ ਦਾ ਇੱਕ ਨਾਲੇ ਦੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹਦੇ ਤੋਂ ਇਲਾਵਾ ਸਾਡੀ ਇਸ ਵੀਡੀਓ ਦਾ ਕੋਈ ਮਕਸਦ ਨਹੀਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿਹੜੇ ਮਜ਼ਹਬ ਜਾਂ ਮਸਲਕ ਦੇ ਬਾਰੇ ਦੱਸਣ ਲੱਗੇ ਹਾਂ ਉਹ ਹੈਗਾ ਸਿੱਖ ਮਤ। ਦੋਸਤੋ, ਇਹ ਕੋਈ ਬਹੁਤ ਜ਼ਿਆਦਾ ਪੁਰਾਣਾ ਮਜ਼ਹਬ ਨਹੀਂ ਹੈਗਾ, ਬਲਕਿ ਇਹਦਾ ਸ਼ੁਮਾਰ ਦੁਨੀਆ ਦੇ ਚੰਦ ਜਦੀਦ ਤਰੀਨ ਮਜ਼ਾਹਬ ਵਿੱਚ ਹੁੰਦਾ ਹੈ, ਕਿਉਂਕਿ ਇਹਦਾ ਨੁਕਤਾ ਆਗਾਜ਼ 16ਵੀਂ ਸਦੀ ਈਸਵੀ ਵਿੱਚ ਹੋਇਆ ਸੀ ਅਤੇ ਇਹਦੀ ਅਸਲ ਲੜੀ ਹਿੰਦੂ ਮਤ ਦੀ ਹੈਗੀ ਹੈ। ਲੇਕਿਨ ਸਿੱਖ ਮਤ ਦੀ ਕੋਸ਼ਿਸ਼ ਰਹੀ ਹੈ ਕਿ ਉਹ ਦੂਜੇ ਮਜ਼ਾਹਬ ਤੋਂ ਵੀ ਇਸਤਫਾਦਾ ਹਾਸਲ ਕਰਨ ਦੇ ਨਾਲ ਨਾਲ ਇਸਲਾਮੀ ਤੌਰ ਤਰੀਕੇ ਵੀ ਆਪਦੇ ਨਾਲ ਜਜ਼ਬ ਕਰ ਸਕੇ। ਦੋਸਤੋ, ਸਿੱਖ ਮਤ ਦੇ ਬਾਰੇ ਅੱਜ ਕੱਲ੍ਹ ਦੋ ਨਜ਼ਰੀਏ ਪਾਏ ਜਾਂਦੇ ਨੇ। ਬਾਜ਼ ਲੋਕਾਂ ਦਾ ਇਹ ਕਹਿਣਾ ਵਾ ਕਿ ਸਿੱਖ ਮਤ ਇੱਕ ਜਦੀਦ ਤੇ ਖੁਦ ਮੁਖਤਿਆਰ ਮਜ਼ਹਬ ਆ ਅਤੇ ਇਹਨੂੰ ਇੱਕ ਮੁਸਤਕਿਲ ਮਜ਼ਹਬ ਦੀ ਹੈਸੀਅਤ ਮਿਲੀ ਹੋਈ ਹੈ। ਅਤੇ ਕੁਝ ਲੋਕਾਂ ਦਾ ਇਹ ਕਹਿਣਾ ਵਾ ਕਿ ਕੋਈ ਪ੍ਰੋਪਰ ਮਜ਼ਹਬ ਨਹੀਂ ਹੈਗਾ, ਬਲਕਿ ਇਹ ਹਿੰਦੂ ਮਤ ਦੀ ਹੀ ਇੱਕ ਲੜੀ ਆ। ਦੋਸਤੋ, ਸਿੱਖ ਮਤ ਦੇ ਬਾਨੀ ਦਾ ਨਾਮ ਬਾਬਾ ਗੁਰੂ ਨਾਨਕ ਹੈ, ਜੋ 1469 ਵਿੱਚ ਤਲਵੰਡੀ, ਜਿਹੜਾ ਅੱਜ ਨਨਕਾਣਾ ਸਾਹਿਬ ਦੇ ਨਾਮ ਤੋਂ ਮਸ਼ਹੂਰ ਹੈ, ਜਿਹਦਾ ਜ਼ਿਲ੍ਹਾ ਸ਼ੇਖੂਪੁਰਾ ਵਾ, ਅਤੇ ਬਾਬਾ ਗੁਰੂ ਨਾਨਕ ਦੇਵ ਜੀ ਜਿੱਥੇ ਇੱਕ ਕਾਲੂ ਦਾਸ ਜਾਂ ਕਾਲੂ ਨਾਮੀ ਖੱਤਰੀ ਦੇ ਘਰ ਪੈਦਾ ਹੋਏ। ਗੁਰੂ ਨਾਨਕ ਜੀ ਬਚਪਨ ਵਿੱਚ ਬਹੁਤ ਹੀ ਜ਼ਿਆਦਾ ਕੰਮਗੋ ਅਤੇ ਖਿਆਲਾਤ ਵਿੱਚ ਗੁੰਮ ਰਹਿੰਦੇ ਸੀ। ਇਹਨਾਂ ਦੀ ਪੈਦਾਇਸ਼ 'ਤੇ ਇੱਕ ਸਾਧੂ ਨੇ ਉਹਨਾਂ ਦੇ ਵਾਲਦ ਨੂੰ ਪੇਸ਼ੇਨਗੋਈ ਕੀਤੀ ਕਿ ਇਹਨਾਂ ਦਾ ਮੁੰਡਾ ਇੱਕ ਅਜ਼ੀਮ ਇਨਸਾਨ ਬਣੇਗਾ। ਇਹਨਾਂ ਦੀ ਤਾਲੀਮ 7 ਸਾਲ ਦੀ ਉਮਰ ਵਿੱਚ ਸਟਾਰਟ ਹੋਈ। ਉਹਨਾਂ ਨੇ ਇੱਕ ਮੁਸਲਮਾਨ ਆਲਮੇ ਦੀਨ ਸੈਯਦ ਹਸਨ ਤੋਂ ਅਰਬੀ ਅਤੇ ਫਾਰਸੀ ਦੀ ਕੁਝ ਅਹਿਮ ਕਿਤਾਬਾਂ ਪੜ੍ਹੀਆਂ ਔਰ ਬਾਅਦ ਵਿੱਚ ਬਜ਼ਾਤੇ ਖੁਦ ਇਸਲਾਮੀ ਲਿਟਰੇਚਰ ਨੂੰ ਸਟੱਡੀ ਕੀਤਾ। ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਅਤੇ ਵਾਲਦੀਨ ਨੇ ਜ਼ਮੀਨ ਦੀ ਨਿਗਰਾਨੀ ਅਤੇ ਜਾਨਵਰਾਂ ਦੀ ਦੇਖਭਾਲ ਦੀ ਜ਼ਿੰਮੇਦਾਰੀ ਇਹਨਾਂ ਦੇ ਸਪੁਰਦ ਕੀਤੀ, ਲੇਕਿਨ ਇਸ ਕੰਮ ਨੂੰ ਸਹੀ ਤਰ੍ਹਾਂ ਉਹ ਸੰਭਾਲ ਨਹੀਂ ਸਕੇ, ਜਿਹਦੀ ਵਜ੍ਹਾ ਤੋਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਵਾਲਦ ਨੇ ਉਹਨਾਂ ਨੂੰ ਇੱਕ ਦੁਕਾਨ ਬਣਾ ਕੇ ਦਿੱਤੀ ਅਤੇ ਬਾਬਾ ਗੁਰੂ ਨਾਨਕ ਨੇ ਉਹ ਭਰੀ ਹੋਈ ਦੁਕਾਨ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀ। 15 ਸਾਲ ਦੀ ਉਮਰ ਵਿੱਚ ਉਹਨਾਂ ਦੇ ਵਾਲਦ ਨੇ ਉਹਨਾਂ ਨੂੰ ਤਜਾਰਤ ਸਿਖਾਉਣ ਵਾਸਤੇ ਆਪਣੇ ਨਾਲ ਮਿਲਾ ਲਿਆ। ਇੱਕ ਦਿਨ ਉਹਨਾਂ ਦੇ ਵਾਲਦ ਨੇ ਇਹਨਾਂ ਨੂੰ ਨਮਕ ਖਰੀਦਣ ਵਾਸਤੇ ਕੁਝ ਪੈਸੇ ਦੇ ਕੇ ਕਿਸੇ ਜਗ੍ਹਾ 'ਤੇ ਭੇਜਿਆ। ਰਸਤੇ ਵਿੱਚ ਇੱਕ ਜਗ੍ਹਾ 'ਤੇ ਉਹਨਾਂ ਨੂੰ ਕੁਝ ਫਕੀਰ ਨਜ਼ਰ ਆਏ ਜਿਨ੍ਹਾਂ ਦਾ ਭੁੱਖ ਨਾਲ ਬੁਰਾ ਹਾਲ ਸੀ। ਉਹਨਾਂ ਨੇ ਸਾਰੇ ਪੈਸੇ ਜਿਹੜੇ ਨਮਕ ਵਾਸਤੇ ਮਿਲੇ ਸੀ ਫਕੀਰਾਂ ਵਿੱਚ ਵੰਡ ਦਿੱਤੇ। ਉਹਨਾਂ ਨੇ ਇਸ ਅਮਲ ਨੂੰ ਹਕੀਕੀ ਤਜਾਰਤ ਜਾਂ ਉਹਨਾਂ ਦੀ ਜ਼ੁਬਾਨ ਵਿੱਚ ਸੁੱਚਾ ਸੌਦਾ ਕਿਹਾ। ਇਹ ਵਾਕਿਆ ਜਿੱਥੇ ਪੇਸ਼ ਆਇਆ ਉਸ ਜਗ੍ਹਾ ਨੂੰ ਸੁੱਚਾ ਸੌਦਾ ਕਿਹਾ ਜਾਂਦਾ ਹੈ। ਇਹ ਜਗ੍ਹਾ ਅੱਜ ਵੀ ਫਾਰੂਕਾਬਾਦ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਮੌਜੂਦ ਹੈ ਅਤੇ ਸਿੱਖਾਂ ਦੇ ਮੁਕੱਦਸ ਮੁਕਾਮਾਤ ਵਿੱਚ ਸ਼ੁਮਾਰ ਹੁੰਦੀ ਹੈ। ਵਾਲਦੀਨ ਨੇ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਮੌਲਾ ਖੱਤਰੀ ਦੀ ਬੇਟੀ ਸਲੀਖੀ ਨਾਲ ਕਰ ਦਿੱਤੀ ਤਾਂ ਕਿ ਗੁਰੂ ਸਾਹਿਬ ਦੀ ਤਵੱਜਾ ਦੁਨੀਆ ਦੇ ਕੰਮਾਂ ਵਿੱਚ ਲੱਗ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੁਝ ਅਰਸਾ ਸੁਲਤਾਨਪੁਰ ਵਿੱਚ ਇੱਕ ਸਰਕਾਰੀ ਖਰਾਦਖਾਨੇ ਦੇ ਵਿੱਚ ਨੌਕਰੀ ਕੀਤੀ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਸਾਹਿਬ ਨਵਾਬ ਦੌਲਤ ਅਲੀ ਖਾਨ ਦੇ ਘਰ ਦੇ ਮੁਹਾਫਿਜ਼ ਵੀ ਰਹੇ, ਜਿਹਦੇ ਦੌਰਾਨ ਕੁਝ ਮੁਖਾਲਫੀਨ ਲੋਕਾਂ ਨੇ ਉਹਨਾਂ ਦੇ ਉੱਤੇ ਬਦਦਿਆਨਤੀ ਦਾ ਇਲਜ਼ਾਮ ਵੀ ਲਾਇਆ, ਜਿਹੜਾ ਤਹਿਕੀਕ ਕਰਨ ਤੋਂ ਗਲਤ ਸਾਬਤ ਹੋਇਆ ਅਤੇ ਆਖਰਕਾਰ ਉਹਨਾਂ ਨੇ ਮੁਖਾਲਫੀਨ ਦੀ ਵਜ੍ਹਾ ਤੋਂ ਉਹ ਮੁਲਾਜ਼ਮਤ ਵੀ ਛੱਡ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਕਾਫੀ ਅਰਸਾ ਸੁਲਤਾਨਪੁਰ ਵਿੱਚ ਹੀ ਟਾਈਮ ਗੁਜ਼ਾਰਿਆ। ਇਸੇ ਟਾਈਮ ਵਿੱਚ ਉਹਨਾਂ ਦੇ ਘਰ 2 ਬੇਟੇ ਪੈਦਾ ਹੋਏ, ਜਿਨ੍ਹਾਂ 'ਚੋਂ ਵੱਡੇ ਪੁੱਤਰ ਦਾ ਨਾਮ ਸ੍ਰੀ ਚੰਦ ਅਤੇ ਛੋਟੇ ਪੁੱਤਰ ਦਾ ਨਾਮ ਲੱਖੀ ਦਾਸ ਰੱਖਿਆ ਗਿਆ। ਬਾਬਾ ਗੁਰੂ ਨਾਨਕ ਜੀ ਨੇ 36 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਨੂੰ ਖੈਰਬਦ ਕਹਿ ਦਿੱਤਾ ਅਤੇ ਫਕੀਰਾਂ ਵਾਲਾ ਹੁਲੀਆ ਬਣਾ ਕੇ ਦਰਵੇਸ਼ ਬਣ ਗਏ। ਬਾਬਾ ਗੁਰੂ ਨਾਨਕ ਜੀ ਨੇ ਮੁਸਲਸਲ 8 ਸਾਲ ਸਫ਼ਰ ਵਿੱਚ ਗੁਜ਼ਾਰੇ, ਜਿਹਦੇ ਦੌਰਾਨ ਬਾਬਾ ਜੀ ਨੇ ਬਰੇ ਸਗੀਰ ਦੇ ਸ਼ੁਮਾਲੀ ਅਤੇ ਮਸ਼ਰਕੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਤੌਹੀਦ ਪ੍ਰਸਤੀ ਦੀ ਤਲਕੀਨ ਕਰਦੇ ਰਹੇ।
ਬਾਬਾ ਜੀ ਨੇ ਹਰਿਦੁਆਰ, ਬਨਾਰਸ, ਅਸਾਮ, ਗੁਜਰਾਤ ਤੇ ਕਾਥੀਆਵਾੜ ਦੇ ਬਹੁਤ ਸਾਰੇ ਮੁਕੱਦਸ ਇਲਾਕਿਆਂ ਦੀ ਯਾਤਰਾ ਕੀਤੀ। ਬਾਅਦ ਵਿੱਚ ਬਾਬਾ ਜੀ ਨੇ ਕਸ਼ਮੀਰ, ਅਫਗਾਨਿਸਤਾਨ, ਈਰਾਨ, ਇਰਾਕ ਤੇ ਅਰਬ ਦਾ ਦੌਰਾ ਵੀ ਕੀਤਾ। ਦੌਰਾ ਅਰਬ ਦੇ ਦੌਰਾਨ ਬਾਬਾ ਜੀ ਮੱਕਾ ਮੁਕਰਮਾ ਤੇ ਮਦੀਨਾ ਮੁਨੱਵਰਾ ਵੀ ਗਏ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਾ ਜੀ ਨੇ ਉੱਥੇ ਹੱਜ ਵੀ ਅਦਾ ਕੀਤਾ। ਲੇਕਿਨ ਤਾਰੀਖ ਦੀ ਕੁਝ ਕਿਤਾਬਾਂ ਵਿੱਚ ਇਸ ਗੱਲ ਨੂੰ ਤਸਲੀਮ ਨਹੀਂ ਕੀਤਾ ਜਾਂਦਾ। ਅਲਬੱਤਾ ਮੋਰਖੀਨ, ਖਾਸ ਤੌਰ 'ਤੇ ਪ੍ਰੋਫੈਸਰ ਲਿਵਸ ਮੂਰ ਨੇ ਇਹਨਾਂ ਦੇ ਹੱਜ ਕਰਨ ਦਾ ਜ਼ਿਕਰ ਆਪ ਦੀ ਕਿਤਾਬ ਵਿੱਚ ਕੀਤਾ ਹੈ। ਤੇ ਦੋਸਤੋ, ਦੂਰ ਦਰਾਜ਼ ਦੇ ਦੌਰੇ ਤੋਂ ਵਾਪਸ ਆ ਕੇ ਬਾਬਾ ਜੀ ਨੇ ਅਹਿਮਦਾਬਾਦ ਦੇ ਲਾਲੂ ਨਾਮੀ ਲੁਹਾਰ ਦੇ ਘਰ ਠਹਿਰਾਓ ਕੀਤਾ। ਤੇ ਕੁਝ ਦਿਨਾਂ ਦੇ ਠਹਿਰਾਓ ਤੋਂ ਬਾਅਦ ਬਾਬਾ ਜੀ ਆਪਣੇ ਆਬਾਈ ਪਿੰਡ ਤਲਵੰਡੀ ਯਾਨੀ ਨਨਕਾਣਾ ਸਾਹਿਬ ਵਾਪਸ ਚਲੇ ਗਏ, ਜਿੱਥੇ ਬਾਬਾ ਜੀ ਦੇ ਵਾਲਿਦੀਨ ਨੇ ਮਿੰਨਤ ਅੱਲਾ ਕੀਤਾ, ਤੁਸੀਂ ਇੱਥੇ ਰਹੋ ਤੇ ਬੀਵੀ ਬੱਚਿਆਂ ਨੂੰ ਸੰਭਾਲੋ। ਤੇ ਬਾਬਾ ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਮੇਰੀ ਰਿਸ਼ਤੇਦਾਰੀ ਹੁਣ ਕਿਸੇ ਦੇ ਨਾਲ ਵੀ ਨਹੀਂ, ਹੁਣ ਮੇਰਾ ਰਿਸ਼ਤਾ ਸਿਰਫ ਹੱਕ ਤੇ ਸੱਚ ਦੇ ਨਾਲ ਹੈ। ਜੋ ਸਾਰਿਆਂ ਨੂੰ ਰੋਂਦਾ ਛੱਡ ਕੇ ਸਲੂਨ ਤੇ ਤੁਰਕੀ ਦੇ ਦੌਰੇ ਤੇ ਚਲੇ ਗਏ। ਵਾਪਸੀ ਤੇ ਇੱਕ ਵਾਰੀ ਫਿਰ ਲਾਲੂ ਲੁਹਾਰ ਦੇ ਘਰ ਅਹਿਮਦਾਬਾਦ ਠਹਿਰਾਓ ਕੀਤਾ ਤੇ ਕੁਝ ਅਰਸੇ ਬਾਅਦ ਮਜ਼ੀਦ ਇਲਾਕਿਆਂ ਦਾ ਦੌਰਾ ਕੀਤਾ, ਜਿਹਦੇ ਵਿੱਚ ਬਹੁਤ ਸਾਰੀ ਮੁਸ਼ਕਿਲਾਤ ਦਾ ਸਾਹਮਣਾ ਵੀ ਕਰਨਾ ਪਿਆ। ਅਫਗਾਨਿਸਤਾਨ ਦੇ ਦੌਰੇ ਵਿੱਚ ਬਾਬਾ ਜੀ ਦਾ ਚੇਲਾ ਮਰਦਾਨਾ ਰਬਾਲੀ ਫੌਤ ਹੋ ਗਿਆ ਤੇ ਜਦੋਂ ਬਾਬਾ ਜੀ ਵਾਪਸ ਨਨਕਾਣਾ ਸਾਹਿਬ ਪਹੁੰਚੇ ਤੇ ਬਾਬਾ ਜੀ ਦੇ ਵਾਲਿਦ ਵੀ ਦੁਨੀਆ ਤੋਂ ਜਾ ਚੁੱਕੇ ਸੀ। ਇਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਮਸਲਕ ਦਾ ਪ੍ਰਚਾਰ ਜਾਰੀ ਰੱਖਿਆ ਤੇ ਮੁਲਤਾਨ ਦੇ ਇਲਾਕਿਆਂ ਵਿੱਚ ਮੁਸਲਮਾਨ ਦਰਵੇਸ਼ਾਂ ਤੇ ਹਿੰਦੂ ਸਾਧੂਆਂ ਨਾਲ ਮੁਲਾਕਾਤਾਂ ਸ਼ੁਰੂ ਕਰਤੀਆਂ। ਮੁਲਤਾਨ ਦੇ ਇੱਕ ਇਲਾਕੇ ਵਿੱਚ ਗਏ ਤੇ ਉੱਥੇ ਆਪਣੇ ਮਸਲਕ ਦੀ ਖੁੱਲ੍ਹਮ ਖੁੱਲ੍ਹਾ ਤਬਲੀਗ ਕੀਤੀ, ਜਿਹਦੀ ਵਜ੍ਹਾ ਤੋਂ ਇਬਰਾਹਿਮ ਦੇ ਜਾਸੂਸਾਂ ਨੇ ਇਬਰਾਹਿਮ ਨੂੰ ਦੱਸਿਆ ਕਿ ਇੱਕ ਹਿੰਦੂ ਫਕੀਰ ਇੱਕ ਨਵੇਂ ਮਜ਼ਹਬ ਦਾ ਪ੍ਰਚਾਰ ਕਰ ਰਿਹਾ, ਜਿਹੜਾ ਕਿ ਸਰਕਾਰ ਵਾਸਤੇ ਮੁਸ਼ਕਿਲ ਦਾ ਬਾਇਸ ਬਣ ਸਕਦਾ ਹੈ। ਇਬਰਾਹਿਮ ਨੇ ਬਾਬਾ ਜੀ ਨੂੰ ਗ੍ਰਿਫਤਾਰ ਕਰਨ ਤੇ ਕੈਦ ਦੇ ਵਿੱਚ ਰੱਖਣ ਦਾ ਹੁਕਮ ਦਿੱਤਾ, ਜਿੱਥੇ ਬਾਬਾ ਜੀ 7 ਮਹੀਨਿਆਂ ਤੱਕ ਚੱਕੀ ਪੀਸਦੇ ਰਹੇ। ਆਖਿਰਕਾਰ ਇਬਰਾਹਿਮ ਲੋਧੀ ਦੇ ਕਤਲ ਤੋਂ ਬਾਅਦ ਬਾਬਾ ਗੁਰੂ ਨਾਨਕ ਜੀ ਨੂੰ ਰਿਹਾਈ ਮਿਲੀ। ਇਸ ਤੋਂ ਬਾਅਦ ਬਾਬਾ ਜੀ ਨੇ ਪਾਕਪਤਨ, ਲਾਹੌਰ, ਸਿਆਲਕੋਟ, ਪਸਰੂਰ, ਦੀਪਾਲਪੁਰ ਤੇ ਪੰਜਾਬ ਦੇ ਮੁਖਤਲਿਫ ਇਲਾਕਿਆਂ ਦਾ ਦੌਰਾ ਕੀਤਾ ਤੇ ਕੁਝ ਅਰਸੇ ਵਾਸਤੇ ਲਾਹੌਰ ਤੋਂ ਕੁਝ ਫਾਸਲੇ ਤੇ ਦਰਿਆਏ ਰਾਵੀ ਦੇ ਕਿਨਾਰੇ ਵੀ ਪੜਾਅ ਕੀਤਾ। ਉੱਥੇ ਬਾਬਾ ਜੀ ਨੇ ਇੱਕ ਲੰਗਰਖਾਨਾ ਖੁਲਾਇਆ, ਜਿੱਥੇ ਮੁਸਾਫਿਰ, ਮਜ਼ਦੂਰ ਤੇ ਗਰੀਬ ਬੇਸਹਾਰਾ ਲੋਕ ਰੋਟੀ ਖਾਂਦੇ ਸੀ। ਇਹ ਜਗ੍ਹਾ ਡੇਰਾ ਬਾਬਾ ਗੁਰੂ ਨਾਨਕ ਦੇ ਨਾਮ ਤੋਂ ਮਸ਼ਹੂਰ ਹੋਈ। ਬਾਬਾ ਜੀ ਨੇ ਜ਼ਿਲ੍ਹਾ ਜਲੰਧਰ ਵਿੱਚ ਇੱਕ ਕਰਤਾਰਪੁਰ ਨਾਮੀ ਪਿੰਡ ਦੀ ਬੁਨਿਆਦ ਰੱਖੀ, ਜਿੱਥੇ ਇੱਕ ਧਰਮਸ਼ਾਲਾ ਵੀ ਬਣਵਾਇਆ। ਗੁਰੂ ਨਾਨਕ ਦੇਵ ਜੀ 22 ਸਤੰਬਰ ਸੰਨ 1539 ਨੂੰ ਕਰਤਾਰਪੁਰ ਵਿੱਚ ਫੌਤ ਹੋਏ। ਇਹਨਾਂ ਦੀ ਵਫਾਤ ਤੇ ਇੱਕ ਅਜੀਬੋ-ਗਰੀਬ ਵਾਕਿਆ ਹੋਇਆ ਕਿ ਹਿੰਦੂਆਂ ਨੇ ਦਾਅਵਾ ਕੀਤਾ ਕਿ ਬਾਬਾ ਜੀ ਹਿੰਦੂਆਂ ਦੇ ਘਰ ਪੈਦਾ ਹੋਏ ਸੀ, ਇਸ ਲਈ ਉਹਨਾਂ ਦੇ ਜਸਦੇ ਖਾਕੀ ਦੇ ਅਸਲ ਹੱਕਦਾਰ ਉਹ ਨੇ, ਜਦ ਕਿ ਮੁਸਲਮਾਨਾਂ ਦਾ ਇਹ ਕਹਿਣਾ ਸੀ ਕਿ ਬਾਬਾ ਜੀ ਤੌਹੀਦ ਪ੍ਰਸਤ ਸੀ, ਇਸ ਵਾਸਤੇ ਉਹਨਾਂ ਦਾ ਸ਼ੁਮਾਰ ਮੁਸਲਮਾਨਾਂ ਵਿੱਚ ਹੁੰਦਾ ਹੈ ਤੇ ਇਹਨਾਂ ਦੀ ਮਈਅਤ ਨੂੰ ਮੁਸਲਮਾਨਾਂ ਦੇ ਤਰੀਕਾਕਾਰ ਦੇ ਮੁਤਾਬਿਕ ਦਫਨ ਕੀਤਾ ਜਾਏਗਾ। ਇਸ ਗੱਲ ਤੇ ਦੋਨਾਂ ਫਰੀਕਾਂ ਦੀ ਆਪਸ 'ਚ ਕਾਫੀ ਲੜਾਈ ਹੋਈ। ਆਖਰ ਕੁਝ ਲੋਕਾਂ ਨੇ ਆਪਦਾ ਮਸ਼ਵਰਾ ਦਿੱਤਾ ਕਿ ਇਹਨਾਂ ਦੀ ਮਈਅਤ ਨੂੰ ਨਾ ਤੇ ਜਲਾਇਆ ਜਾਏ, ਨਾ ਹੀ ਦਫਨਾਇਆ ਜਾਏ, ਬਲਕਿ ਇਹਨਾਂ ਦੀ ਮਈਅਤ ਨੂੰ ਰਾਵੀ ਵਿੱਚ ਬਹਾ ਦਿੱਤਾ ਜਾਏ। ਪਰ ਮੁਸਲਮਾਨਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਹਮਲਾ ਕਰ ਦਿੱਤਾ। ਜਿੱਥੇ ਬਾਬਾ ਜੀ ਦੀ ਮਈਅਤ ਪਈ ਸੀ, ਉਹਨਾਂ ਨੇ ਚਾਦਰ ਚੁੱਕ ਕੇ ਵੇਖਿਆ ਤੇ ਮਈਅਤ ਉੱਥੋਂ ਗਾਇਬ ਸੀ ਤੇ ਕੁਝ ਫੁੱਲ ਚਾਦਰ ਦੇ ਥੱਲੇ ਪਏ ਹੋਏ ਸੀ। ਹੁਣ ਮੁਸਲਮਾਨਾਂ ਤੇ ਹਿੰਦੂਆਂ ਨੇ ਬਾਬਾ ਜੀ ਦੀ ਚਾਦਰ ਨੂੰ 2 ਹਿੱਸਿਆਂ ਵਿੱਚ ਤਕਸੀਮ ਕੀਤਾ। ਹਿੰਦੂਆਂ ਨੇ ਉਸ ਚਾਦਰ ਨੂੰ ਜਲਾ ਦਿੱਤਾ ਤੇ ਮੁਸਲਮਾਨਾਂ ਨੇ ਉਸ ਚਾਦਰ ਨੂੰ ਦਫਨਾ ਦਿੱਤਾ। ਤੇ ਇਸ ਤੋਂ ਬਾਅਦ ਬਾਬਾ ਜੀ ਨੂੰ ਮੰਨਣ ਵਾਲਿਆਂ ਨੇ ਬਾਬਾ ਜੀ ਦੀ ਯਾਦ ਵਿੱਚ ਕਰਤਾਰਪੁਰ ਵਿੱਚ ਇੱਕ ਮਕਬਰਾ ਬਣਾਇਆ, ਜਿੱਥੇ ਸਿੱਖ ਹਰ ਸਾਲ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ। ਬਾਬਾ ਗੁਰੂ ਨਾਨਕ ਦੀ ਵਫਾਤ ਤੋਂ ਬਾਅਦ ਇੱਕ ਇੱਕ ਕਰਕੇ 9 ਗੁਰੂ ਗੱਦੀ ਨਸ਼ੀਨ ਹੋਏ, ਜਿਨ੍ਹਾਂ ਵਿੱਚ ਬਾਬਾ ਗੁਰੂ ਨਾਨਕ ਦਾ ਨਾਮ ਸ਼ਾਮਲ ਕਰ ਦਿੱਤਾ ਜਾਵੇ ਤੇ ਟੋਟਲ ਸਿੱਖ ਧਰਮ ਦੇ 10 ਗੁਰੂ ਹੋ ਜਾਂਦੇ ਨੇ, ਜੋ 10 ਪਾਤਸ਼ਾਹ ਕਹਿਲਾਉਂਦੇ ਨੇ, ਜਿਨ੍ਹਾਂ ਦੇ ਨਾਮ ਇਹ ਨੇ: ਗੁਰੂ ਨਾਨਕ ਦੇਵ, ਗੁਰੂ ਅਗੰਦਰ ਸਿੰਘ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨਮਲ, ਗੁਰੂ ਹਰਗੋਬਿੰਦ, ਗੁਰੂ ਹਰ ਰਾਏ, ਗੁਰੂ ਹਰਕਿਸ਼ਨ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ।
ਦੋਸਤੋ, ਹਿੰਦੁਸਤਾਨ ਦੇ ਬਟਵਾਰੇ ਤੋਂ ਬਾਅਦ ਸਿੱਖਾਂ ਦੇ ਬਹੁਤ ਸਾਰੇ ਮੁਕੱਦਸ ਮੁਕਾਮਾਤ ਪਾਕਿਸਤਾਨ ਦੇ ਹਿੱਸੇ ਵਿੱਚ ਆਏ, ਜਿਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਲਾਹੌਰ, ਹਸਨ ਅਬਦਾਲ, ਜਨਮ ਸਥਾਨ ਨਨਕਾਣਾ ਸਾਹਿਬ ਤੇ ਕਰਤਾਰਪੁਰ ਵਗੈਰਾ ਸ਼ਾਮਲ ਨੇ। ਦੋਸਤੋ, ਬਾਬਾ ਗੁਰੂ ਨਾਨਕ ਜੀ ਆਪਦੀ ਜ਼ਿੰਦਗੀ ਦੇ ਆਖਰੀ 18 ਸਾਲ ਸਨ 1525 ਤੋਂ ਸਨ 1539 ਤੱਕ ਐਸੇ ਜਗ੍ਹਾ ਤੇ ਰਹੇ। ਕਰਤਾਰਪੁਰ ਜ਼ਿਲ੍ਹਾ ਨਾਰੋਵਾਲ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਇਹ ਗੁਰਦੁਆਰਾ ਮੌਜੂਦ ਹੈ। ਸਨ 1929 ਦੇ ਵਿੱਚ ਪਟਿਆਲਾ ਦੇ ਮਹਾਰਾਜਾ ਨੇ ਇਹਦੀ ਤਾਮੀਰ ਕਰਵਾਈ ਤੇ ਬਾਅਦ ਵਿੱਚ 1995 ਵਿੱਚ ਹਕੂਮਤ ਪਾਕਿਸਤਾਨ ਨੇ ਇਹਦੀ ਤਾਮੀਰ ਨੂੰ ਅੱਗੇ ਵਧਾਇਆ। ਤਕਸੀਮੇ ਹਿੰਦ ਤੋਂ 56 ਸਾਲ ਬਾਅਦ ਤੱਕ ਇਹ ਗੁਰਦੁਆਰਾ ਜ਼ਾਇਰੀਨ ਵਾਸਤੇ ਬੰਦ ਰਿਹਾ, ਜਿਹਦੀ ਵਜ੍ਹਾ ਪਾਕਿਸਤਾਨ ਦੇ ਹਿੰਦੁਸਤਾਨ ਦੇ ਆਪਸ ਵਿੱਚ ਹਾਲਾਤ ਸੀ। ਇਸ ਗੁਰਦੁਆਰੇ ਵਿੱਚ ਮੁਸਲਮਾਨਾਂ ਦੇ ਮੁਤਾਬਿਕ ਚਾਦਰ ਦਾ ਟੁਕੜਾ ਦਫਨ ਹੈ। ਤੇ ਦੋਸਤੋ, ਗੁਰਦੁਆਰਾ ਕਰਤਾਰਪੁਰ ਇੰਡੀਆ ਦੇ ਬਹੁਤ ਕਰੀਬ ਹੈ। ਇਸ ਵਾਸਤੇ ਇੱਥੇ ਕੋਰੀਡੋਰ ਬਣਾਉਣ ਦੀ ਤਜਵੀਜ਼ ਦਿੱਤੀ ਗਈ, ਜਿਹਦਾ ਆਗਾਜ਼ ਸਨ 1998 ਵਿੱਚ ਹੋਇਆ ਤੇ 28 ਨਵੰਬਰ 2018 ਵਿੱਚ ਇਹ ਮੁਕੰਮਲ ਹੋਈ, ਜਿਹਦਾ ਕ੍ਰੈਡਿਟ ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਜਾਂਦਾ ਹੈ। ਦੋਸਤੋ, ਕਰਤਾਰਪੁਰ ਕੋਰੀਡੋਰ ਦਾ ਇਫਤਤਾਹ 9 ਨਵੰਬਰ 2019 ਵਿੱਚ ਹੋਇਆ ਤੇ ਉਹਦੇ ਵਿੱਚ ਇੰਡੀਆ ਦੇ ਸਾਬਕ ਮਸ਼ਹੂਰ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਤੇ ਇੱਧਰੋਂ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਇਹਦਾ ਇਫਤਤਾਹ ਕੀਤਾ ਤੇ ਇਹ ਕੋਰੀਡੋਰ ਹੁਣ ਸਿੱਖਾਂ ਵਾਸਤੇ ਖੁੱਲ੍ਹਾ ਹੋਇਆ ਹੈ ਤੇ ਸਿੱਖ ਰੋਜ਼ਾਨਾ ਦੀ ਬੁਨਿਆਦ ਤੇ ਇਸ ਗੁਰਦੁਆਰੇ ਤੇ ਆ ਸਕਦੇ ਨੇ ਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰ ਸਕਦੇ ਨੇ। ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਹੋਏਗੀ। ਅਗਰ ਇਹ ਤੁਹਾਨੂੰ ਚੰਗੀ ਲੱਗੀ ਹੈ ਤੇ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਤਾਂ ਕਿ ਅਸੀਂ ਤੁਹਾਡੇ ਵਾਸਤੇ ਮਜ਼ੀਦ ਇਹੋ ਜਿਹੀ ਇਨਫੋਰਮੇਸ਼ਨ ਵਾਲੀ ਵੀਡੀਓਜ਼ ਬਣਾਉਂਦੇ ਰਹੀਏ। ਸ਼ੁਕਰੀਆ। ਅੱਲਾ ਹਾਫਿਜ਼।